ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਬੁਨਿਆਦਾਂ। ਸੁਗੰਧੀਆਂ ਦਾ ਸੌਦਾਗਰ ਨੱਕ। ਸਾਹ ਦੀ ਮਾਲ ਰੋੜ ਹੋਣ ਅਤੇ ਸੁੰਘਣ ਦਾ ਮੁੱਖ ਸੰਦ ਹੋਣ ਕਾਰਨ ਨੱਕ ਸਰੀਰ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅੰਗ ਤਾਂ ਹੈ ਹੀ, ਇਹ ਚਿਹਰੇ ਦਾ ਪਹਿਰੇਦਾਰ ਵੀ ਹੈ। ਸਾਹ ਲੈਣ ਦੇ ਨਾਲ ਨਾਲ ਚਿਹਰੇ 'ਤੇ ਲੱਗਣ ਵਾਲੀਆਂ ਸੱਟਾਂ ਅਤੇ ਮੌਸਮ ਦੇ ਹੋਣ ਵਾਲੇ ਹਮਲਿਆਂ ਲਈ ਇਹ ਰਖਵਾਲੇ ਦਾ ਕਾਰਜ ਵੀ ਕਰਦਾ ਹੈ। ਮੂੰਹ ਦੇ ਉੱਪਰ, ਅੱਖਾਂ ਦੇ ਥੱਲੇ ਅਤੇ ਚਿਹਰੇ ਦੇ ਵਿਚਕਾਰ ਅਤੇ ਉੱਭਰਿਆ ਹੋਣ ਕਾਰਨ ਇਹ ਸਾਡੀ ਸ਼ਕਲ ਸੂਰਤ, ਨੁਹਾਰ ਅਤੇ ਹਾਵ ਭਾਵ ਸਿਰਜਦਾ ਹੈ। ਨੱਕ ਦਾ ਬਾਹਰ ਨਿਕਲਿਆ ਹੋਣਾ ਇਸ ਦੀ ਕਾਰਗੁਜ਼ਾਰੀ ਨੂੰ ਵਧਾਉਂਦਾ ਹੈ। ਸਮੁੱਚੇ ਪਸ਼ੂ ਪੰਛੀ ਮਾਨਵ ਜਗਤ ਵਿੱਚ ਸਰੀਰ ਦੇ ਆਕਾਰ ਅਤੇ ਸਾਹ ਦੀ ਘੱਟ ਵੱਧ ਲੋੜ ਅਨੁਸਾਰ ਨੱਕ ਛੋਟਾ ਵੱਡਾ ਹੁੰਦਾ ਹੈ। ਸਰੀਰਕ ਬਣਤਰ ਛੋਟੀ ਵੱਡੀ ਹੋਣ ਕਾਰਨ ਪੁਰਸ਼ਾਂ ਦਾ ਨੱਕ ਵੱਡਾ ਅਤੇ ਇਸਤਰੀਆਂ ਦਾ ਛੋਟਾ ਹੁੰਦਾ ਹੈ। ਜੇ ਇਸਤਰੀ ਦਾ ਨੱਕ ਵੱਡਾ ਅਤੇ ਪੁਰਸ਼ ਦਾ ਨੱਕ ਛੋਟਾ ਹੋਵੇ ਤਾਂ ਦੋਵੇਂ ਕਰੂਪ ਲੱਗਣਗੇ। ਨੱਕ ਸਾਹ ਲੈਣ ਦਾ ਹੀ ਯੰਤਰ ਨਹੀਂ, ਇਹ ਸਵਾਦ ਪਰਖਣ, ਖਾਣ ਪੀਣ ਲਈ ਚੀਜ਼ਾਂ ਪ੍ਰਵਾਨ ਅਤੇ ਰੱਦ ਕਰਨ ਦਾ ਸੰਦ ਵੀ ਹੈ। ਇਵੇਂ ਇਹ ਸਵਾਦ ਦੀ ਅਦਾਲਤ ਦਾ ਜੱਜ ਹੁੰਦਾ ਹੈ। ਖਾਣ ਪੀਣ ਵਾਲੀ ਜਿਹੜੀ ਚੀਜ਼ ਨੂੰ ਨੱਕ ਸੁੰਘ ਨਹੀਂ ਸਕਦਾ ਉਹ ਅਕਸਰ ਬੇਸੁਆਦੀ ਅਤੇ ਹਾਨੀਕਾਰਕ ਹੁੰਦੀ ਹੈ। ਸਾਡੀ ਜੀਭ ਮਿੱਠਾ, ਲੂਣਾ, ਕੌੜਾ, ਖੱਟਾ ਅਤੇ ਫਿੱਕਾ ਸਵਾਦ ਹੀ ਪਰਖ ਸਕਦੀ ਹੈ। ਬਾਕੀ ਸਾਰੇ ਸਵਾਦ ਨੱਕ ਰਾਹੀਂ ਜਾਣੇ ਜਾਂਦੇ ਹਨ। ਕਾਮ ਖੇਡ ਵਿੱਚ ਵੀ ਨੱਕ ਫੈਸਲਾ ਕੁਨ ਰੋਲ ਨਿਭਾਉਂਦਾ ਹੈ। ਜਦੋਂ ਨੱਕ ਬੰਦ ਹੋਵੇ ਤਾਂ ਸਾਰੇ ਸਵਾਦ ਗੜਬੜਾ ਜਾਂਦੇ ਹਨ। ਉਮਰ ਦੇ ਵਧਣ ਨਾਲ ਸੁੰਘਣ ਸ਼ਕਤੀ ਦੇ ਮਾਂਦ ਪੈ ਜਾਣ ਕਾਰਨ ਖਾਣ ਪੀਣ ਵਾਂਗ ਹੀ ਕਾਮ ਦੀ ਇੱਛਾ ਵੀ ਕਮਜ਼ੋਰ ਪੈ ਜਾਂਦੀ ਹੈ। ਮਨੁੱਖ ਨੇ ਨੱਕ ਦੀ ਢੁਕਵੀਂ ਅਤੇ ਬਣਨ ਦੀ ਕਦਰ ਨਹੀਂ ਪਾਈ। ਬਹੁਤੇ ਲੋਕ ਇਸ ਬਾਰੇ ਗੱਲ ਵੀ ਨਹੀਂ ਕਰਦੇ। ਕੋਈ ਹੁੰਦਾ ਹੈ ਜਿਹੜਾ ਆਪਣੇ ਨੱਕ ਨਾਲ ਸੰਤੁਸ਼ਟ ਹੋਵੇ, ਪਰ ਹਵਾ ਦੀ ਘਾਟ ਅਤੇ ਹਵਾ ਦੇ ਗਰਮ ਠੰਡੀ ਹੋਣ ਦੇ ਸੰਕਟ ਵੇਲੇ ਨੱਕ ਵੱਲੋਂ ਕੀਤੀ ਮਿਹਨਤ ਕਾਰਨ ਹਰ ਕੋਈ ਇਸ ਦਾ ਪ੍ਰਸ਼ੰਸਕ ਅਤੇ ਧੰਨਵਾਦੀ ਹੋ ਗੁਜ਼ਰਦਾ ਹੈ। ਸਾਹ ਲੈਣ ਵਿੱਚ ਖੁਸ਼ਕ ਅਤੇ ਗਰਮ ਹਵਾ ਉੱਤੇ ਨੱਕ ਨਮੀ ਦਾ ਛਿੜਕਾਅ ਕਰਦਾ ਹੈ। ਸਰਦੀ ਵਿੱਚ ਇਹ ਠੰਡੀ ਹਵਾ ਨੂੰ ਨਿੱਘੀ ਬਣਾ ਕੇ ਸਾਡੇ ਫੇਫੜਿਆਂ ਦੀ ਰੱਖਿਆ ਕਰਦਾ ਹੈ। ਅੰਦਰਲੇ ਪਾਸੇ ਤੋਂ ਸਰੀਰ ਵਿੱਚੋਂ ਪ੍ਰਾਪਤ ਹੋਣ ਵਾਲੇ ਤੇਲ ਅਤੇ ਗਰੀਸ ਰਾਹੀਂ ਇਹ ਚਿਹਰੇ ਨੂੰ ਖੁਸ਼ਕ ਹੋਣ ਤੋਂ ਬਚਾਉਂਦਾ ਹੈ। ਗਰਮੀ ਸਰਦੀ ਦਾ ਅਸਰ ਨੱਕ 'ਤੇ ਇਸ ਲਈ ਵਧੇਰੇ ਹੁੰਦਾ ਹੈ ਕਿਉਂਕਿ ਇਸ ਦਾ ਸਿਰ ਬਾਹਰ ਨਿਕਲਿਆ ਹੁੰਦਾ ਹੈ। ਮਨੁੱਖ ਦੇ ਸਮਾਜਿਕ ਵਿਕਾਸ ਦੇ ਲੰਮੇ ਇਤਿਹਾਸ ਵਿੱਚ ਪ੍ਰਕਿਰਤੀ ਵਿੱਚੋਂ ਭੋਜਨ ਲੱਭਣ ਵਿੱਚ ਮਨੁੱਖ ਲਈ ਸਭ ਤੋਂ ਵੱਧ ਸਹਾਈ ਨੱਕ ਹੋਇਆ ਹੈ। ਨੱਕ ਦੀ ਭੋਜਨ ਲੱਭਣ ਦੀ ਇਸ ਯੋਗਤਾ ਕਾਰਨ ਹੀ ਮਨੁੱਖ ਜੰਗਲਾਂ, ਮਾਰੂਥਲਾਂ ਅਤੇ ਪਹਾੜਾਂ ਵਿੱਚ ਰਹਿਣ ਅਤੇ ਜਿਉਣ ਦੇ ਯੋਗ ਬਣਿਆ ਹੈ। ਦੁੱਖ ਦਰਦ ਵਿੱਚ ਮਨੁੱਖ ਅੱਖਾਂ ਨਾਲ ਹੀ ਨਹੀਂ, ਨੱਕ ਰਾਹੀਂ ਵੀ ਰੋ ਕੇ ਦਬਾਓ, ਤਣਾਅ ਨੂੰ ਬਰਦਾਸ਼ਤ ਕਰਦਾ ਹੈ। ਪੁਰਸ਼ ਅਕਸਰ ਰੋਣ ਤੋਂ ਸ਼ਰਮਾਉਂਦਾ ਹੈ, ਸੋ ਉਹ ਜ਼ੁਕਾਮ ਸਹੇੜ ਕੇ ਨੱਕ ਰਾਹੀਂ ਰੋਂਦਾ ਹੈ। ਜਦੋਂ ਇਸਤਰੀ ਰੋਂਦੀ ਹੈ ਤਾਂ ਰੋਣ ਵਿੱਚ ਉਸ ਦਾ ਨੱਕ ਵੀ ਸਾਥ ਦਿੰਦਾ ਹੈ। ਇਸੇ ਕਰਕੇ ਰੋਣ ਉਪਰੰਤ ਉਹ ਆਪਣਾ ਨੱਕ ਜ਼ਰੂਰ ਪੂੰਝਦੀ ਹੈ। ਨੱਕ, ਗਲਾ, ਕੰਨ ਅੰਦਰੋਂ ਆਪਸ ਵਿੱਚ ਜੁੜੇ ਹੋਏ ਹਨ। ਸੰਕਟ ਵਿੱਚ ਅਗੜ ਪਿਛੜ ਇਹ ਤਿੰਨੇ ਪ੍ਰਭਾਵਿਤ ਹੁੰਦੇ ਹਨ। ਪਹਿਲਾਂ ਗਲਾ ਖਰਾਬ ਹੁੰਦਾ ਹੈ, ਫਿਰ ਨੱਕ ਵਗਦਾ ਹੈ, ਜਿਸ ਮਗਰੋਂ ਕੰਨ ਬੰਦ ਹੋ ਜਾਂਦੇ ਹਨ। ਸਾਹ ਲੈਣਾ ਨੱਕ ਦਾ ਮੁੱਢਲਾ ਕਾਰਜ ਹੈ। ਦੂਜਾ ਕਾਰਜ ਇਸ ਦੀ ਸੁੰਘਣ ਯੋਗਤਾ ਹੈ। ਕੁਝ ਸੜ ਰਿਹਾ ਹੋਵੇ, ਅਨਾਜ ਭੋਜਨ ਖਰਾਬ ਹੋ ਰਿਹਾ ਹੋਵੇ, ਬਿਸਤਰੇ ਗਿੱਲੇ ਹੋਣ, ਕਿਸੇ ਪ੍ਰਕਾਰ ਦੀ ਬਦਬੂ ਆ ਰਹੀ ਹੋਵੇ ਤਾਂ ਨੱਕ ਸੁਚੇਤ ਕਰਦਾ ਹੈ ਕਿ ਸਭ ਕੁਝ ਠੀਕ ਨਹੀਂ ਹੈ। ਜਿੱਥੇ ਸੈਲਾਬ ਹੋਵੇ, ਕੋਈ ਪਸ਼ੂ ਮਰਿਆ ਹੋਵੇ, ਉੱਥੇ ਨੱਕ ਹਾਲ ਦੁਹਾਈ ਪਾ ਦਿੰਦਾ ਹੈ। ਇੱਕ ਮਨੁੱਖੀ ਨੱਕ ਵਿੱਚ ਲਗਭਗ 50 ਲੱਖ ਸੈੱਲ ਹੁੰਦੇ ਹਨ। ਪਸ਼ੂਆਂ ਵਿੱਚ ਇਹ ਗਿਣਤੀ 4 ਗੁਣਾ ਹੁੰਦੀ ਹੈ। ਮਨੁੱਖੀ ਨੱਕ 10 ਕੁ ਸਾਲ ਦੀ ਉਮਰ ਤੱਕ ਵਿਕਸਿਤ ਹੋ ਜਾਂਦਾ ਹੈ ਅਤੇ 18 ਕੁ ਸਾਲ ਦੀ ਉਮਰ ਮਗਰੋਂ ਇਸ ਦਾ ਵਧਣਾ ਰੁਕ ਜਾਂਦਾ ਹੈ। ਇਹ ਰੂਪ ਦੇ ਪੱਖੋਂ ਗੋਲ, ਮੋਟਾ, ਉੱਭਰਿਆ, ਪਿਚਕਿਆ ਆਦਿ 14 ਕਿਸਮਾਂ ਦਾ ਮੰਨਿਆ ਗਿਆ ਹੈ। ਨੱਕ ਵਿਚਲੇ ਵਾਲ ਬਾਹਰਲੀਆਂ ਚੀਜ਼ਾਂ ਅਤੇ ਮਿੱਟੀ ਘੱਟੇ ਨੂੰ ਫੇਫੜਿਆਂ ਵਿੱਚ ਜਾਣ ਤੋਂ ਰੋਕਦੇ ਹਨ। ਆਪਣੇ ਚਿਹਰੇ ਨਾਲ ਅਸੰਤੁਸ਼ਟ ਕਈ ਲੋਕ ਆਪਣੇ ਨੱਕ ਦਾ ਆਕਾਰ ਅਤੇ ਰੂਪ ਬਦਲਣ ਦਾ ਯਤਨ ਕਰਦੇ ਹਨ ਅਤੇ ਕੁਦਰਤ ਦੀ ਰਚਨਾ ਵਿੱਚ ਦਖਲਅੰਦਾਜ਼ੀ ਕਰਨ ਵਾਲੇ 100 ਵਿੱਚੋਂ 90 ਪਛਤਾਉਂਦੇ ਹੀ ਹਨ। ਰੁਮਾਲ ਦੀ ਕਾਢ ਹੱਥ ਪੂੰਝਣ ਨਾਲੋਂ ਵਧੇਰੇ ਨੱਕ ਸਾਫ਼ ਰੱਖਣ ਲਈ ਨਿਕਲੀ ਸੀ। ਹਵਾਈ ਜਹਾਜ਼ ਦੇ ਅਗਲੇ ਹਿੱਸੇ ਨੂੰ ਵੀ ਨੱਕ ਕਹਿੰਦੇ ਹਨ, ਜਿਸ ਦੇ ਰੰਗ ਰੋਗਨ ਤੋਂ ਜਹਾਜ਼ ਕੰਪਨੀ ਦਾ ਪਤਾ ਚੱਲਦਾ ਹੈ। ਜੇ ਮਨੁੱਖ ਨੂੰ ਆਪਣੇ ਸਰੀਰ ਦੇ ਅੰਗ ਇੱਧਰ ਉੱਧਰ ਕਰਨ ਦੀ ਖੁੱਲ੍ਹ ਹੁੰਦੀ ਤਾਂ ਸਭ ਤੋਂ ਵਧੇਰੇ ਛੇੜਛਾੜ ਉਸਨੇ ਆਪਣੇ ਨੱਕ ਨਾਲ ਕਰਨੀ ਸੀ। ਨੱਕ ਵਿੱਚੋਂ ਚੂਹਾ ਕੱਢ ਕੇ ਅੰਗੂਠੇ ਅਤੇ ਪਹਿਲੀ ਉਂਗਲ ਨਾਲ ਇਸ ਨੂੰ ਗੁੰਨਣਾ ਵਿਸ਼ਵ ਵਿਆਪੀ ਪੱਧਰ 'ਤੇ ਸਮੁੱਚੀ ਮਾਨਵ ਜਾਤੀ ਦਾ ਲੁਕਾ ਕੇ ਕੀਤਾ ਗੋਝਾ ਅਤੇ ਦਿਲਚਸਪ ਮਨੋਰੰਜਨ ਹੁੰਦਾ ਹੈ। ਆਪਣੇ ਜੀਵਨ ਵਿੱਚ ਹਰ ਕੋਈ ਔਸਤ 7 ਕਿਲੋ ਚੂਹੇ ਕੱਢਦਾ ਹੈ।
ਹਰ ਕਿਸੇ ਦੀ ਸੁੰਘਣ ਸ਼ਕਤੀ ਅਤੇ ਸੁੰਘਣ ਢੰਗ ਵੱਖਰਾ ਹੁੰਦਾ ਹੈ। ਵੇਖਣ, ਸੁਣਨ, ਮਹਿਸੂਸਣ ਅਤੇ ਚੱਖਣ ਵਾਂਗ ਇਸਤਰੀ ਦੀ ਸੁੰਘਣ ਸ਼ਕਤੀ ਪੁਰਸ਼ ਦੀ ਸੁੰਘਣ ਸ਼ਕਤੀ ਨਾਲੋਂ ਇਸ ਕਾਰਨ ਬਹੁਤ ਤਿੱਖੀ ਅਤੇ ਜਟਿਲ ਹੁੰਦੀ ਹੈ ਕਿਉਂਕਿ ਇਸਤਰੀ ਦਾ ਭੋਜਨ ਦੀਆਂ ਖੁਸ਼ਬੂਆਂ ਅਤੇ ਵਰਤੀਆਂ ਲਾਹੀਆਂ ਅਤੇ ਤਿਆਗੀਆਂ ਚੀਜ਼ਾਂ ਦੀਆਂ ਬਦਬੂਆਂ ਨਾਲ ਵਾਹ ਵਧੇਰੇ ਪੈਂਦਾ ਹੈ। ਸੁੰਘਣ ਸ਼ਕਤੀ ਦੇ ਤਿੱਖੇ ਹੋਣ ਕਾਰਨ ਹੀ ਇਸਤਰੀ ਵਿੱਚ ਸਫਾਈ ਕਰਨ, ਸਾਫ਼ ਰਹਿਣ, ਸਫਾਈ ਰੱਖਣ, ਸੈਂਟ ਅਤੇ ਸੁਗੰਧੀਆਂ ਵਰਤਣ ਅਤੇ ਜ਼ੁਬਾਨ ਦਿਸਣ ਦੀ ਇੱਛਾ ਅਤੇ ਲੋੜ ਵਧੇਰੇ ਹੁੰਦੀ ਹੈ। ਸਫਾਈ ਦੇ ਅੰਤਮ ਪੈਮਾਨੇ ਗੁਸਲਖਾਨਾ ਅਤੇ ਰਸੋਈ ਹੁੰਦੇ ਹਨ। ਅਮਰੀਕਾ ਵਿੱਚ ਇੱਕ ਵਾਰੀ ਸਰਵੇਖਣ ਕਰਵਾਇਆ ਗਿਆ ਕਿ ਘਰ ਵਿੱਚ ਭੋਜਨ ਖਾਣ ਲਈ ਸਭ ਤੋਂ ਸਾਫ਼ ਥਾਂ ਕਿਹੜੀ ਹੈ। ਸਰਵੇਖਣ ਤੋਂ ਪਤਾ ਲੱਗਿਆ ਕਿ ਜਰਾਸੀਮਾਂ ਅਤੇ ਕੀਟਾਣੂਆਂ ਤੋਂ ਸਭ ਤੋਂ ਵਧੇਰੇ ਮੁਕਤ ਥਾਂ ਗੁਸਲਖਾਨਾ ਅਤੇ ਸਭ ਤੋਂ ਵੱਧ ਗੰਦੀ ਥਾਂ ਰਸੋਈ ਹੁੰਦੀ ਹੈ। ਜਿਹੜੀ ਇਸਤਰੀ ਸਫਾਈ ਵਧੇਰੇ ਰੱਖਦੀ ਹੈ, ਉਹ ਹੋਵੇ ਨਾ ਹੋਵੇ, ਪਰ ਉਹ ਆਪਣੇ ਆਪ ਨੂੰ ਸਮਝਦੀ ਸੋਹਣੀ ਅਤੇ ਜਵਾਨ ਹੈ। ਉਹ ਪੁਰਸ਼ ਨੂੰ ਸੁੰਘ ਕੇ ਪ੍ਰਵਾਨ ਜਾਂ ਰੱਦ ਕਰਦੀ ਹੈ। ਬੱਚੇ ਨੂੰ ਨੁਹਾ ਅਤੇ ਪੂੰਝ ਕੇ ਮਾਂ ਬੱਚੇ ਨੂੰ ਜ਼ਰੂਰ ਸੁੰਘਦੀ ਹੈ। ਜਿਸ ਪੁਰਸ਼ ਤੋਂ ਇਸਤਰੀ ਨੂੰ ਗੰਦੇ ਸਰੀਰ ਜਾਂ ਭੈੜੇ ਵਿਹਾਰ ਦੀ ਬਦਬੂ ਆਵੇ, ਉਹ ਆਪਣੇ ਚਿਹਰੇ ਦੇ ਹਾਵਾਂ ਭਾਵਾਂ ਨਾਲ ਹੀ ਉਸ ਬਾਰੇ ਆਪਣੀ ਰਾਏ ਬਿਨਾਂ ਬੋਲੇ ਪ੍ਰਗਟਾ ਦਿੰਦੀ ਹੈ। ਇੱਕ ਵਾਰੀ ਪਹਾੜ 'ਤੇ ਚੜ੍ਹਨ ਦੇ ਕਈ ਦਿਨਾਂ ਦੇ ਅਭਿਆਸ ਉਪਰੰਤ ਇੱਕ ਪੁਰਸ਼ ਜਦੋਂ ਨੇੜਲੇ ਸ਼ਹਿਰ ਇਕੱਲੀ ਰਹਿੰਦੀ ਆਪਣੀ ਸਾਬਕਾ ਪ੍ਰੇਮਿਕਾ ਨੂੰ ਮਿਲਣ ਉਸਦੇ ਘਰ ਗਿਆ ਤਾਂ ਉਸ ਪੁਰਸ਼ ਨੇ ਮੇਲ ਮਿਲਾਪ ਤੋਂ ਇਹ ਕਹਿ ਕੇ ਸੰਕੋਚ ਕੀਤਾ ਕਿ ਮੈਂ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਹਾਂ, ਜਦੋਂ ਕਿ ਅਸਲ ਕਾਰਨ ਇਹ ਸੀ ਕਿ ਜੇ ਉਹ ਆਪਣੇ ਬੂਟ, ਜੁਰਾਬਾਂ ਅਤੇ ਅੰਦਰਲੇ ਕੱਪੜੇ ਲਾਹੁੰਦਾ ਤਾਂ ਉਹਨਾਂ ਦੀ ਬਦਬੂ ਕਾਰਨ ਪ੍ਰੇਮਿਕਾ ਨੇ ਧੱਕੇ ਮਾਰ ਕੇ ਉਸ ਨੂੰ ਕੱਢ ਦੇਣਾ ਸੀ। ਇਸਤਰੀ ਤਲਣ, ਧੜਕਣ ਅਤੇ ਭੁੰਨਣ ਦੇ ਹੁਨਰ ਨਾਲ ਬੱਚਿਆਂ ਅਤੇ ਪਤੀ ਦੇ ਨੱਕ ਦੇ ਮਨੋਰੰਜਨ ਰਾਹੀਂ ਉਹਨਾਂ ਨੂੰ ਘਰ ਨਾਲ ਜੋੜਦੀ ਹੈ। ਮਸਾਲੇ ਹਰ ਕਿਸੇ ਦੀ ਮਾਨਸਿਕ ਅਤੇ ਸਰੀਰਕ ਅਵਸਥਾ ਨੂੰ ਪ੍ਰਭਾਵਿਤ ਕਰਦੇ ਹਨ। ਮਸਾਲਿਆਂ ਦਾ ਸਿੱਧਾ ਸੰਬੰਧ ਨੱਕ ਨਾਲ ਹੁੰਦਾ ਹੈ। ਮਨੁੱਖ ਦੀ ਸੁੰਘਣ ਸ਼ਕਤੀ ਨੇ ਭਾਂਤ-ਭਾਂਤ ਦੇ ਕੰਮ ਧੰਦੇ ਸਿਰਜੇ ਹਨ। ਸੰਸਾਰ ਵਿੱਚ ਕਈਆਂ ਦਾ ਰੁਜ਼ਗਾਰ ਹੀ ਨੱਕ ਰਾਹੀਂ ਚੱਲਦਾ ਹੈ। ਅਜੋਕੇ ਵਪਾਰ ਵਿੱਚ ਚਾਹ, ਕਾਫੀ, ਸੈਂਟ, ਸ਼ਰਾਬ ਆਦਿ ਸੁੰਘ ਕੇ ਇਹਨਾਂ ਦੀ ਦਰਜੇਬੰਦੀ ਕਰਨਾ ਅੰਤਰਰਾਸ਼ਟਰੀ ਪੱਧਰ ਦਾ ਵੱਡੀਆਂ ਉਜਰਤਾਂ ਵਾਲਾ ਬੜਾ ਸਤਿਕਾਰਯੋਗ ਕਿੱਤਾ ਬਣ ਗਿਆ ਹੈ। ਇਹਨਾਂ ਅਵਸਥਾ ਨੂੰ ਪਰਖਣ ਵਾਸਤੇ ਅਤੇ ਨੱਕ ਦੀ ਯੋਗਤਾ ਅਤੇ ਕਾਰਗੁਜ਼ਾਰੀ ਵਧਾਉਣ ਲਈ 1 ਘੰਟਾ ਪਹਿਲਾਂ ਤੋਂ ਖਾਣ, ਰੱਜ ਕੇ ਖਾਣ ਅਤੇ ਸ਼ਰਾਬ, ਸਿਗਰਟ ਆਦਿ ਵਰਤਣ ਦੀ ਸਖਤ ਮਨਾਹੀ ਹੁੰਦੀ ਹੈ। ਸ਼ਰਾਬਾਂ ਨੂੰ ਪਰਖਣ ਦਾ ਕਾਰਜ ਅਕਸਰ ਪੁਰਸ਼ ਕਰਦੇ ਹਨ ਅਤੇ ਚਾਹ, ਕਾਫੀ ਅਤੇ ਸੈਂਟਾਂ ਦੀ ਪਰਖ ਅਕਸਰ ਇਸਤਰੀਆਂ ਕਰਦੀਆਂ ਹਨ। ਪੂਰਬੀ ਦੇਸ਼ਾਂ ਦੇ ਮੁਸਲਿਮ ਬਾਦਸ਼ਾਹਾਂ ਨੇ ਇਤਰ ਫੁਲੇਲਾਂ ਦੀ ਕਾਢ ਨੂੰ ਉਤਸ਼ਾਹਿਤ ਕੀਤਾ ਸੀ, ਜਿਨ੍ਹਾਂ ਨੂੰ ਬਾਦਸ਼ਾਹ, ਬੇਗਮਾਂ ਅਤੇ ਅਹਿਲਕਾਰ ਵਰਤਦੇ ਸਨ। ਯੂਰਪ ਦੇ ਈਸਾਈ ਹਾਕਮਾਂ ਅਤੇ ਸ਼ਾਹੀ ਪਰਿਵਾਰਾਂ ਨੇ ਸੈਂਟਾਂ ਦੀ ਕਾਢ ਕੱਢਣ ਅਤੇ ਪੱਧਰ ਸੁਧਾਰਨ ਵਿੱਚ ਸਰਪ੍ਰਸਤੀ ਪ੍ਰਦਾਨ ਕੀਤੀ ਹੈ। ਯੂਰਪ ਵਿੱਚ ਸੈਂਟਾਂ ਦੀ ਕਾਢ ਇਸ ਲਈ ਨਿਕਲੀ ਕਿਉਂਕਿ ਬਰਫ਼ ਅਤੇ ਠੰਡ ਕਾਰਨ ਯੂਰਪੀਅਨ ਲੋਕ ਕਈ ਹਫ਼ਤੇ ਨਹਾਉਂਦੇ ਨਹੀਂ ਸਨ, ਸੋ ਸਰੀਰ ਤੋਂ ਚਮੜੇ ਦੇ ਬੂਟਾਂ ਅਤੇ ਦਸਤਾਨਿਆਂ ਦੀ ਬਦਬੂ ਦਬਾਉਣ ਲਈ ਸੈਂਟ ਵਰਤੇ ਜਾਂਦੇ ਸਨ। ਯੂਰਪ ਵਿੱਚ ਸੈਂਟਾਂ ਦੀ ਕਾਢ ਇਸ ਲਈ ਨਿਕਲੀ ਕਿਉਂਕਿ ਬਰਫ਼ ਅਤੇ ਠੰਡ ਕਾਰਨ ਯੂਰਪੀਅਨ ਲੋਕ ਕਈ ਹਫ਼ਤੇ ਨਹਾਉਂਦੇ ਨਹੀਂ ਸਨ, ਸੋ ਸਰੀਰ ਤੋਂ ਚਮੜੇ ਦੇ ਬੂਟਾਂ ਅਤੇ ਦਸਤਾਨਿਆਂ ਦੀ ਬਦਬੂ ਦਬਾਉਣ ਲਈ ਸੈਂਟ ਵਰਤੇ ਜਾਂਦੇ ਸਨ। ਰਾਣੀਆਂ ਸੈਂਟਾਂ ਨਾਲ ਆਪਣਾ ਸਰੀਰ ਅਤੇ ਲਿਬਾਸ ਸੁਗੰਧਿਤ ਕਰਕੇ ਰਾਜਿਆਂ, ਬਾਦਸ਼ਾਹਾਂ ਨੂੰ ਖਿੱਚ ਪਾਉਂਦੀਆਂ ਸਨ। ਇਸਤਰੀਆਂ ਅਤੇ ਪੁਰਸ਼ਾਂ ਦੀਆਂ ਤਰਜੀਹਾਂ ਦੇ ਵਖਰੇਵੇਂ ਕਾਰਨ ਇਸਤਰੀਆਂ ਨੂੰ ਹੋਰ ਸੈਂਟ ਪ੍ਰਭਾਵਿਤ ਕਰਦੇ ਹਨ, ਪੁਰਸ਼ਾਂ ਨੂੰ ਹੋਰ। ਸੈਂਟ ਨਾਲ ਇਸਤਰੀ ਪੁਰਸ਼ ਦੀ ਚਾਲ ਅਤੇ ਵਿਹਾਰ ਬਦਲ ਸਕਦੀ ਹੈ। ਯੂਰਪ ਵਿੱਚ ਜੇ ਇਸਤਰੀਆਂ ਲਈ ਸੈਂਟ ਬਣੇ ਤਾਂ ਪੁਰਸ਼ਾਂ ਲਈ ਸ਼ਰਾਬਾਂ ਬਣੀਆਂ। ਸੈਂਟਾਂ ਅਤੇ ਸ਼ਰਾਬਾਂ ਦਾ ਨੱਕ ਨਾਲ ਸਿੱਧਾ ਸੰਬੰਧ ਹੈ। ਇਸਤਰੀ ਲਈ ਸੈਂਟ ਸਭ ਤੋਂ ਵੱਧ ਖੁਸ਼ੀ ਨਾਲ ਪ੍ਰਵਾਨ ਕੀਤਾ ਜਾਣ ਵਾਲਾ ਤੋਹਫ਼ਾ ਮੰਨਿਆ ਜਾਂਦਾ ਹੈ। ਇਸ ਨੂੰ ਪਿਆਰ ਦੀ ਨਿਸ਼ਾਨੀ ਕਿਹਾ ਜਾਂਦਾ ਹੈ, ਜਿਸ ਵਿੱਚ ਮਿਲਾਪ ਲਈ ਸੁਨੇਹਾ ਅਤੇ ਮਿਲਣ ਦਾ ਵਾਅਦਾ ਹੁੰਦਾ ਹੈ। ਸ਼ਰਾਬ ਜੋਸ਼, ਜਿੱਤ, ਸਫਲਤਾ ਅਤੇ ਜਸ਼ਨ ਦਾ ਸਾਧਨ ਹੁੰਦੀ ਹੈ। ਸੈਂਟਾਂ ਅਤੇ ਸ਼ਰਾਬਾਂ ਦੀਆਂ ਸ਼ੀਸ਼ੀਆਂ ਅਤੇ ਬੋਤਲਾਂ ਦਾ ਆਕਾਰ, ਰੂਪ ਅਤੇ ਦਿੱਖ ਦਿਲਕਸ਼ ਬਣਾਈ ਜਾਂਦੀ ਹੈ ਤਾਂ ਕਿ ਨੱਕ ਦੇ ਨਾਲ ਅੱਖਾਂ ਵੀ ਪ੍ਰਸੰਨ ਹੋਣ। ਮੇਰੇ ਵਿਦਿਆਰਥੀ ਜੀਵਨ ਦੌਰਾਨ ਮੇਰੇ ਸ਼ਹਿਰ ਦੇ ਸਿਨੇਮੇ ਵਿੱਚ ਹਰ ਵੀਰਵਾਰ ਨੂੰ ਵਿਚਕਾਰਲਾ ਸ਼ੋਅ ਅੰਗਰੇਜ਼ੀ ਫਿਲਮ ਦਾ ਹੁੰਦਾ ਸੀ, ਜਿਸ ਵਿੱਚ ਸ਼ਹਿਰ ਦੀਆਂ ਫੈਸ਼ਨਦਾਰ ਇਸਤਰੀਆਂ ਸੁਗੰਧੀਆਂ ਨਾਲ ਮਾਲੋ ਮਾਲ ਹੋ ਕੇ ਆਉਂਦੀਆਂ ਸਨ। ਮੈਂ ਫਿਲਮ ਵੇਖਣ ਦੇ ਬਹਾਨੇ ਅਸਲ ਵਿੱਚ ਇਹਨਾਂ ਪਰੀਆਂ ਨੂੰ ਨਿਹਾਰਨ ਅਤੇ ਉਹਨਾਂ ਦੇ ਸੈਂਟ ਸੁੰਘਣ ਜਾਂਦਾ ਸਾਂ ਅਤੇ ਪ੍ਰਸੰਨ ਹੋ ਕੇ ਮੁੜਦਾ ਸਾਂ। ਸਾਰੇ ਸੈਂਟ ਵੱਖਰੇ ਅਤੇ ਸੁਤੰਤਰ ਹੁੰਦੇ ਹਨ। ਸੈਂਟ ਆਪਸ ਵਿੱਚ ਸਮਝੌਤਾ ਜਾਂ ਲੈਣ ਦੇਣ ਨਹੀਂ ਕਰਦੇ। ਇੱਕ ਮਿਆਨ ਵਿੱਚ 2 ਤਲਵਾਰਾਂ ਸੰਭਵ ਹੋਣ ਵਾਂਗ ਸਰੀਰ ਉੱਤੇ ਇੱਕੋ ਵੇਲੇ 2 ਸੈਂਟ ਨਹੀਂ ਟਿਕਦੇ।
ਪੈਰਿਸ ਸੈਂਟਾਂ ਅਤੇ ਸ਼ਰਾਬਾਂ ਦੇ ਪੱਖੋਂ ਵਿਸ਼ਵ ਦੀ ਰਾਜਧਾਨੀ ਹੈ, ਜਿੱਥੇ ਹਰ ਰੋਜ਼ ਹੁਸਨ ਅਤੇ ਜਵਾਨੀ, ਇਸ਼ਕ ਅਤੇ ਮੁਹੱਬਤ, ਸੁਹਜ ਅਤੇ ਸਵਾਦ ਦੇ ਮੇਲੇ ਲੱਗਦੇ ਹਨ। ਇੱਥੇ ਭੋਜਨ ਖਾਧਾ ਘੱਟ ਜਾਂਦਾ ਹੈ, ਸੁੰਘਿਆ ਅਤੇ ਮਾਣਿਆ ਵਧੇਰੇ ਜਾਂਦਾ ਹੈ। ਸੰਸਾਰ ਵਿੱਚ ਜਿਨ੍ਹਾਂ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ, ਪੈਰਿਸ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਇੱਥੇ ਖੁਸ਼ੀ ਅਤੇ ਖੂਬਸੂਰਤੀ ਦਾ ਵਪਾਰ ਹੁੰਦਾ ਹੈ। ਜੋ ਇੱਥੇ ਨਹੀਂ ਹੈ ਉਹ ਕਿਧਰੇ ਵੀ ਨਹੀਂ ਹੈ। ਇੱਥੇ ਸੈਂਟ ਵੇਚੇ ਹੀ ਨਹੀਂ ਜਾਂਦੇ, ਇਹਨਾਂ ਨੂੰ ਵਰਤਣ ਦੀ ਜਾਂਚ ਵੀ ਸਿਖਾਈ ਜਾਂਦੀ ਹੈ। ਜਦੋਂ ਮੈਂ ਦੂਜੀ ਵਾਰ ਪਤਨੀ ਨਾਲ ਪੈਰਿਸ ਗਿਆ ਤਾਂ ਸੈਂਟਾਂ ਦੇ ਇੱਕ ਸਟੋਰ ਵਿੱਚ ਇੱਕ ਮਾਹਿਰ ਕਰਮਚਾਰਨ ਖਰੀਦੇ ਗਏ ਸੈਂਟ ਨੂੰ ਵਰਤਣ ਬਾਰੇ ਮੇਰੀ ਪਤਨੀ ਨੂੰ ਦੱਸ ਰਹੀ ਸੀ ਕਿ ਇਹ ਉੱਥੇ ਲਾਉਣਾ ਹੈ ਜਿੱਥੇ ਨਬਜ਼ ਮਹਿਸੂਸ ਕੀਤੀ ਜਾ ਸਕਦੀ ਹੈ, ਕਿਉਂਕਿ ਇਹ ਸੈਂਟ ਇਤਨਾ ਸੂਖਮ ਸੀ ਕਿ ਇਹ ਪੁੜਪੁੜੀ ਦੀ ਨਰਮ ਜਿਹੀ ਹਰਕਤ ਨਾਲ ਫੈਲਦਾ ਸੀ। ਹਰ ਕੋਈ ਹਰੇਕ ਸੈਂਟ ਨਾਲ ਇਕਸੁਰ ਨਹੀਂ ਹੁੰਦਾ। ਕੁਝ ਸੈਂਟ ਨੱਕ ਨੂੰ ਪਰੇਸ਼ਾਨ ਕਰਦੇ ਹਨ ਅਤੇ ਨਿੱਛਾਂ ਆਉਣ ਲੱਗ ਜਾਂਦੀਆਂ ਹਨ। ਹਿੰਦੂ ਧਰਮ ਨੇ ਧੂਪ ਅਤੇ ਅਗਰਬੱਤੀ ਦੀ ਕਾਢ ਵੀ ਕੱਢੀ ਹੈ ਅਤੇ ਇਹਨਾਂ ਦੀ ਭਰਪੂਰ ਵਰਤੋਂ ਵੀ ਕੀਤੀ ਹੈ। ਜਿੱਥੇ ਸੈਂਟ ਕਾਮੁਕ ਭਾਵਨਾਵਾਂ ਨੂੰ ਉਤੇਜਿਤ ਕਰਦੇ ਹਨ, ਉੱਥੇ ਧੂਪ ਅਗਰਬੱਤੀ ਸੰਤੁਸ਼ਟਤਾ ਅਤੇ ਸ਼ਾਂਤੀ ਪਹੁੰਚਾਉਂਦੀ ਹੈ। ਭਾਰਤ ਦੇ ਹਰੇਕ ਧਰਮ ਦੀ ਹਰੇਕ ਧਾਰਮਿਕ ਰੋਹ ਰੀਤ, ਪੂਜਾ ਪਾਠ, ਭਜਨ ਕੀਰਤਨ ਅਤੇ ਪ੍ਰਾਰਥਨਾ ਵਿੱਚ ਅਗਰਬੱਤੀ ਸ਼ਾਮਲ ਹੁੰਦੀ ਹੈ। ਅਗਰਬੱਤੀ ਦਾ ਸ਼ਰਧਾਲੂਆਂ ਦੀ ਮਾਨਸਿਕ ਸਥਿਤੀ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਪਹਿਲਾਂ ਜਦੋਂ ਬਰਾਤ ਆਉਂਦੀ ਸੀ ਤਾਂ ਉਸ ਉੱਤੇ ਇਤਰ ਫੁਲੇਲ ਛਿੜਕਿਆ ਜਾਂਦਾ ਸੀ, ਜਿਸ ਨਾਲ ਵਾਤਾਵਰਨ ਸੁਖਾਵਾਂ ਅਤੇ ਸੁਗੰਧਿਤ ਹੋ ਜਾਂਦਾ ਸੀ। ਫੁੱਲ ਅੱਖਾਂ ਦੇ ਵੇਖਣ ਅਤੇ ਨੱਕ ਦੇ ਸੁੰਘਣ ਲਈ ਹੁੰਦੇ ਹਨ। 1 ਕਿਲੋ ਇਤਰ ਤਿਆਰ ਕਰਨ ਲਈ 7 ਟਨ ਫੁੱਲ ਲੱਗਦੇ ਹਨ, ਜਿਨ੍ਹਾਂ ਨੂੰ 450 ਏਕੜ ਵਿੱਚ ਉਗਾਉਣ ਲਈ 400 ਕਾਮਿਆਂ ਦੀ ਲੋੜ ਪੈਂਦੀ ਹੈ। ਪਹਿਲਾਂ ਅਗਰਬੱਤੀਆਂ ਵੀ ਫੁੱਲਾਂ ਤੋਂ ਤਿਆਰ ਕੀਤੀਆਂ ਜਾਂਦੀਆਂ ਸਨ। ਅਗਰਬੱਤੀ ਨਾਲ ਪੂਜਾ ਦਾ ਸਥਾਨ ਅਤੇ ਵਾਤਾਵਰਨ ਪਵਿੱਤਰ ਹੋ ਜਾਂਦਾ ਹੈ। ਇੱਕ ਵਾਰ ਇੱਕ ਪੱਤਰਕਾਰ ਨੇ ਭਾਰਤ ਦੀ ਪ੍ਰਸਿੱਧ ਅਗਰਬੱਤੀ ਕੰਪਨੀ ਦੇ ਮਾਲਕ ਨੂੰ ਸਾਲ ਵਿੱਚ ਉਹਨਾਂ ਵੱਲੋਂ ਬਣਾਈਆਂ ਜਾਣ ਵਾਲੀਆਂ ਅਗਰਬੱਤੀਆਂ ਦੀ ਗਿਣਤੀ ਪੁੱਛੀ ਤਾਂ ਮਾਲਕ ਨੇ ਕਿਹਾ, ਅਸੀਂ ਹਰ ਸਾਲ 2 ਅਰਬ ਪ੍ਰਾਰਥਨਾਵਾਂ ਵਿੱਚ ਆਪਣੀਆਂ ਅਗਰਬੱਤੀਆਂ ਰਾਹੀਂ ਸ਼ਾਮਲ ਹੁੰਦੇ ਹਾਂ। ਸੰਸਾਰ ਵਿੱਚ ਹੁਣ ਸੁਗੰਧੀਆਂ ਨਾਲ ਕਈ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ। ਅਜੋਕੇ ਸਾਬਣਾਂ, ਤੇਲਾਂ ਆਦਿ ਵਾਂਗ ਹਰੇਕ ਵਸਤ ਵਿੱਚ ਹੁਣ ਕੋਈ ਨਾ ਕੋਈ ਸੁਗੰਧੀ ਵਰਤੀ ਜਾਂਦੀ ਹੈ। ਮਨੁੱਖ ਆਪਣੇ ਨੱਕ ਰਾਹੀਂ ਲਗਭਗ 1000 ਸੁਗੰਧੀਆਂ ਦਾ ਨਿਖੇੜਾ ਕਰ ਸਕਦਾ ਹੈ। ਕਈ ਸੂਖਮ ਅਤੇ ਬਹੁਤ ਬਰੀਕ ਸੁਗੰਧੀਆਂ ਪ੍ਰਤੀ ਪੁਰਸ਼ ਅਤੇ ਇਸਤਰੀਆਂ ਦੋਵੇਂ ਅਨਪੜ੍ਹਾਂ ਵਾਂਗ ਵਿਹਾਰ ਕਰਦੇ ਹਨ। ਕਿਸੇ ਚੀਜ਼ ਨੂੰ ਲਗਾਤਾਰ ਨਹੀਂ ਸੁੰਘਿਆ ਜਾ ਸਕਦਾ, ਦਿਮਾਗ ਥੱਕ ਜਾਂਦਾ ਹੈ। ਪੰਛੀਆਂ ਦੇ ਗੀਤਾਂ ਅਤੇ ਝਰਨੇ ਦੇ ਸੰਗੀਤ ਵਾਂਗ ਕੇਵਲ ਫੁੱਲਾਂ ਦੀ ਸੁਗੰਧ ਬੜੀ ਸੁਖਾਵੀਂ ਹੁੰਦੀ ਹੈ, ਜਿਹੜੀ ਥਕਾਵਟ ਲਾਉਂਦੀ ਅਤੇ ਅਕੇਵਾਂ ਦੂਰ ਕਰਦੀ ਹੈ। ਸੁਗੰਧੀ ਕਿਹੋ ਜਿਹੀ ਵੀ ਹੋਵੇ, ਉਸ ਦਾ ਅਸਰ ਕੁਝ ਮਿੰਟ ਹੀ ਰਹਿੰਦਾ ਹੈ, ਫਿਰ ਉਹ ਸੁਗੰਧੀ ਵਾਤਾਵਰਨ ਵਿੱਚ ਘੁਲ ਕੇ ਸਧਾਰਨ ਲੱਗਣ ਲੱਗ ਪੈਂਦੀ ਹੈ। ਹਰ ਕਮਰੇ, ਹਰ ਘਰ, ਹਰੇਕ ਵਿਅਕਤੀ, ਮੰਦਰ, ਗੁਰਦੁਆਰੇ, ਚਰਚ, ਮਸਜਿਦ ਆਦਿ ਦੀ ਸੁਗੰਧ ਦੁਰਗੰਧ ਵੱਖਰੀ ਹੁੰਦੀ ਹੈ। ਲੋੜੀਂਦਾ ਪ੍ਰਭਾਵ ਪਾਉਣ ਵਾਸਤੇ ਵਰਤਣ ਦੇ ਪੱਖੋਂ ਹਰ ਸੈਂਟ ਲਈ ਸਰੀਰ ਦਾ ਕੋਈ ਵਿਸ਼ੇਸ਼ ਭਾਗ ਨਿਸ਼ਚਿਤ ਹੁੰਦਾ ਹੈ। ਗਾਇਕ ਦਾ ਗਲਾ ਅਤੇ ਨੱਕ ਬੜੇ ਕੀਮਤੀ ਹੁੰਦੇ ਹਨ, ਇਸ ਲਈ ਇਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਕਿਸੇ ਸੁਗੰਧੀ ਨੂੰ ਮਾਣਨ ਲਈ ਨੱਕ ਦਾ ਸਾਫ਼ ਹੋਣਾ ਜ਼ਰੂਰੀ ਹੁੰਦਾ ਹੈ। ਆਯੁਰਵੇਦ ਵਿੱਚ ਨੱਕ ਦੀ ਸਫਾਈ ਲਈ ਜਲ ਨੀਤੀ ਪ੍ਰਚਲਿਤ ਹੈ। ਇਤਿਹਾਸ ਵਿੱਚ ਵੀ ਨੱਕ ਦਾ ਵਿਆਪਕ ਉਲੇਖ ਹੋਇਆ ਹੈ। ਰਾਮਾਇਣ ਲਛਮਣ ਵੱਲੋਂ ਸਰੂਪਨਖਾ ਦੇ ਨੱਕ ਕੱਟਣ ਨਾਲ ਘਟਨਾਵਾਂ ਦਾ ਲੰਮਾ ਸਿਲਸਿਲਾ ਬਣਦੀ ਹੈ। ਕਲੀਓਪੈਂਟਰਾ ਦੇ ਨੱਕ ਨੇ ਵਿਸ਼ਾਲ ਯੁੱਧ ਨੂੰ ਜਨਮ ਦੇ ਕੇ ਯੂਰਪ ਦਾ ਨਕਸ਼ਾ ਬਦਲ ਦਿੱਤਾ ਸੀ। ਕੁਝ ਸਾਲ ਪਹਿਲਾਂ ਤਾਲਿਬਾਨ ਨਾਲ ਸੰਬੰਧਿਤ ਇੱਕ ਜਹਾਦੀ ਨੇ ਆਪਣੀ ਪਤਨੀ ਦਾ ਨੱਕ ਵੱਢ ਦਿੱਤਾ ਸੀ, ਜਿਸ ਦੀ ਵਿਸ਼ਵ ਭਰ ਵਿੱਚ ਨਿੰਦਾ ਹੋਈ ਸੀ ਅਤੇ ਫੋਟੋ ਛਪੀ ਸੀ। ਸਮਾਜਿਕ ਅਤੇ ਸੱਭਿਆਚਾਰਕ ਜੀਵਨ ਵਿੱਚ ਨੱਕ ਬੜਾ ਮਹੱਤਵਪੂਰਨ ਹੈ। ਬਸ ਲੱਗਦੇ ਕੋਈ ਕਿਸੇ ਨੂੰ ਆਪਣਾ ਨੱਕ ਕੱਟਣ ਨਹੀਂ ਦਿੰਦਾ, ਕਿਉਂਕਿ ਜੇ ਨੱਕ ਕੱਟ ਜਾਵੇ ਤਾਂ ਇੱਜ਼ਤ ਦਾ ਬਾਕੀ ਕੁਝ ਨਹੀਂ ਬਚਦਾ। ਜਦੋਂ ਮਨੁੱਖ ਮੁਸਕਰਾਉਂਦਾ ਹੈ ਤਾਂ ਉਸਦੇ ਸਮੁੱਚੇ ਚਿਹਰੇ ਉੱਤੇ ਨੱਕ ਹੀ ਸੁਖਾਵਾਂ ਵਾਤਾਵਰਨ ਉਸਾਰਦਾ ਹੈ। ਕਈ ਵੇਖਦੇ ਹੀ ਨੱਕ ਨਾਲ ਹਨ, ਉਹ ਕੇਵਲ ਸਿੱਧੇ ਜਾ ਸਕਦੇ ਹਨ ਅਤੇ ਮੂਰਖ ਕਹੇ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿਸਦਾ। ਭਾਵੇਂ ਨੱਕ ਅੱਖਾਂ ਦੇ ਥੱਲੇ ਹੁੰਦਾ ਹੈ, ਪਰ ਸਾਨੂੰ ਇਹ ਦਿਸਦਾ ਨਹੀਂ। ਸੋ ਸਾਡੇ ਨੱਕ ਨੂੰ ਦੂਜੇ ਹੀ ਵੇਖਦੇ ਨਿਹਾਰਦੇ ਹਨ। ਕਈਆਂ ਦੀ ਜ਼ਿੰਦਗੀ ਵਿੱਚ ਮੌਕੇ ਕਈ ਆਉਂਦੇ ਹਨ, ਪਰ ਇਹ ਉਹਨਾਂ ਦੇ ਨੱਕ ਥੱਲੋਂ ਹੀ ਲੰਘ ਜਾਂਦੇ ਹਨ। ਜੇ ਇਸਤਰੀ ਆਪਣੇ ਸਾਹਮਣੇ ਬੈਠੇ ਕਿਸੇ ਪੁਰਸ਼ ਦਾ ਨੱਕ ਮਰੋੜੇ ਤਾਂ ਉਹ ਅਸਲ ਵਿੱਚ ਕਹਿ ਰਹੀ ਹੁੰਦੀ ਹੈ, ਕੁਝ ਸਮਝੇਗਾ ਵੀ। ਨੱਕ 'ਚੋਂ ਬੋਲਣ ਵਾਲੇ ਜ਼ਿੰਦਗੀ ਦੀ ਥੱਲਵੀਂ ਪੀੜ੍ਹੀ 'ਤੇ ਹੀ ਰਹਿੰਦੇ ਹਨ। ਲੰਮੇ ਨੱਕ ਵਾਲੇ ਪੁਰਸ਼ ਨਾਲ ਕੋਈ ਇਸਤਰੀ ਵਿਆਹ ਕਰਾਉਣ ਲਈ ਤਿਆਰ ਨਹੀਂ ਹੁੰਦੀ ਅਤੇ ਲੰਮੇ ਨੱਕ ਵਾਲੀ ਇਸਤਰੀ ਦਾ ਵਿਆਹ ਹੁੰਦਾ ਹੀ ਨਹੀਂ।
ਕਈ ਵਾਰ ਧਾਰਮਿਕ ਸਥਾਨ, ਬੱਸ ਜਾਂ ਗੱਡੀ ਵਿੱਚ ਭੀੜ ਇਤਨੀ ਹੁੰਦੀ ਹੈ ਕਿ ਲੋਕਾਂ ਦੇ ਨੱਕ ਆਪਸ ਵਿੱਚ ਭਿੜਨ ਲੱਗ ਪੈਂਦੇ ਹਨ। ਲੰਮੇ ਨੱਕ ਵਾਲੇ ਪੁਰਸ਼ ਅਕਸਰ ਮਿਲਾਪੜੇ, ਸਹਿਯੋਗੀ, ਚੁਸਤ, ਹਸਮੁਖ, ਉਦਾਰ, ਨਿਮਰ ਅਤੇ ਆਜ਼ਾਦ ਬਿਰਤੀ ਵਾਲੇ ਹੁੰਦੇ ਹਨ। ਰੋਮਨ ਸੱਭਿਅਤਾ ਵਿੱਚ ਲੰਮੇ ਨੱਕ ਵਾਲਿਆਂ ਦਾ ਬੜਾ ਸਤਿਕਾਰ ਸੀ। ਨਪੋਲੀਅਨ ਕਹਿੰਦਾ ਸੀ ਕਿ ਲੰਮੇ ਨੱਕ ਵਾਲਿਆਂ ਦਾ ਦਿਮਾਗ ਵੱਡਾ ਹੁੰਦਾ ਹੈ, ਸੋ ਉਹ ਲੰਮੇ ਨੱਕ ਵਾਲੇ ਫੌਜੀਆਂ ਨੂੰ ਉੱਚੇ ਅਹੁਦਿਆਂ 'ਤੇ ਹੀ ਲਾਉਂਦਾ ਸੀ। ਸੋਹਣੀ ਇਸਤਰੀ ਮੂਰਖ ਨੂੰ ਉਸ ਦੇ ਨੱਕ ਰਾਹੀਂ ਪਛਾਣਦੀ ਹੈ। ਨਾਟਕ, ਫਿਲਮ ਵਿੱਚ ਲੰਮਾ ਨੱਕ ਹਾਸ ਰਸ ਉਪਜਾਉਂਦਾ ਹੈ। ਨੱਕ ਤੋਂ ਬਿਨਾਂ ਕਾਰਟੂਨ ਨਹੀਂ ਬਣਦਾ। ਕਾਰਟੂਨ ਵਿੱਚ ਨੱਕ ਨੂੰ ਵਿਗਾੜ ਕੇ ਉਸ ਵਿਅਕਤੀ ਨੂੰ ਮੂਰਖ ਅਤੇ ਹਾਸੋਹੀਣਾ ਸਿੱਧ ਕੀਤਾ ਜਾਂਦਾ ਹੈ। ਕਈਆਂ ਨੂੰ ਵੇਖ ਕੇ ਹੀ ਵੇਖਣ ਵਾਲਿਆਂ ਦਾ ਨੱਕ ਵਗਣ ਲੱਗ ਪੈਂਦਾ ਹੈ। ਗਰਭਵਤੀ ਇਸਤਰੀ ਦੀ ਨੱਕ ਸ਼ਕਤੀ ਵੱਧ ਜਾਂਦੀ ਹੈ ਅਤੇ ਉਹ ਤਿੱਖੇ ਸਵਾਦ ਵਾਲੀਆਂ ਚੀਜ਼ਾਂ ਖਾਣੀਆਂ ਪਸੰਦ ਕਰਦੀ ਹੈ। ਪਸ਼ੂ ਜਗਤ ਵਿੱਚ ਨੱਕ ਅਤੇ ਕੰਨ ਪਸ਼ੂ ਦੀ ਰਖਵਾਲੀ ਕਰਦੇ ਹਨ ਅਤੇ ਇਹਨਾਂ ਰਾਹੀਂ ਪਸ਼ੂ ਮਨੁੱਖਾਂ ਨੂੰ ਪਛਾਣਦੇ ਹਨ। ਨੱਕ ਬੜਾ ਸੰਵੇਦਨਸ਼ੀਲ ਹੁੰਦਾ ਹੈ। ਨੱਕ 'ਤੇ ਲੱਗਿਆ ਇੱਕ ਮੁੱਕਾ ਪਿੱਠ 'ਤੇ ਲੱਗੇ 20 ਮੁੱਕਿਆਂ ਨਾਲੋਂ ਵੀ ਵਧੇਰੇ ਦੁਖਦਾਈ ਹੁੰਦਾ ਹੈ। ਇੱਕ ਵਿਅਕਤੀ ਪਿੱਠ ਵਿਖਾ ਜਾਣ ਦੀ ਤੋਹਮਤ ਤੋਂ ਬਚਣ ਵਾਸਤੇ ਆਪਣੇ ਨੱਕ 'ਤੇ ਲਗਾਤਾਰ ਮੁੱਕੇ ਖਾਂਦਾ ਰਿਹਾ। ਮੁੱਕੇਬਾਜ਼ੀ ਦੀ ਖੇਡ ਵਿੱਚ ਨੱਕ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਜਿਸ ਲੜਕੀ ਨੂੰ ਵਹਿਮ ਹੋ ਜਾਵੇ ਕਿ ਉਸਦਾ ਨੱਕ ਵੱਡਾ ਹੈ ਤਾਂ ਉਹ ਇਹੀ ਸੋਚਦੀ ਰਹਿੰਦੀ ਹੈ ਕਿ ਸਾਰੇ ਉਸਦੇ ਨੱਕ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਬੱਚੇ ਕਿਸੇ ਦਾ ਨੱਕ ਜ਼ਰੂਰ ਵੇਖਦੇ ਹਨ ਅਤੇ ਜੇ ਨੱਕ ਵਿੱਚ ਕੁਝ ਅਜੀਬ ਪ੍ਰਤੀਤ ਹੋਵੇ ਤਾਂ ਟਿੱਪਣੀ ਜ਼ਰੂਰ ਕਰਦੇ ਹਨ। ਇੱਕ ਘਰ ਵਿੱਚ ਲੰਮੇ ਨੱਕ ਵਾਲਾ ਇੱਕ ਰਿਸ਼ਤੇਦਾਰ ਆਇਆ ਅਤੇ ਬੱਚੇ ਨੇ ਉਸਦਾ ਨੱਕ ਵੇਖ ਕੇ ਕਿਹਾ, ਮੰਮੀ ਤੁਸੀਂ ਤਾਂ ਕਹਿੰਦੇ ਸੀ ਅੰਕਲ ਦਾ ਨੱਕ ਪਕੌੜੇ ਵਰਗਾ ਹੈ, ਪਰ ਇਹ ਤਾਂ ਸਮੋਸੇ ਵਰਗਾ ਹੈ। ਜਿਨ੍ਹਾਂ ਇਸਤਰੀਆਂ ਨੇ ਆਪਣੇ ਨੱਕ ਵਿੱਚ ਕੁਝ ਪਾਇਆ ਹੁੰਦਾ ਹੈ ਉਹਨਾਂ ਨੂੰ ਅਕਲ ਦੇ ਪੱਖੋਂ ਸਿਆਣੀਆਂ ਅਤੇ ਮਹੱਤਵਪੂਰਨ ਨਹੀਂ ਸਮਝਿਆ ਜਾਂਦਾ। ਇਸਤਰੀਆਂ ਨੱਕ ਵਿੱਚ ਨੱਥ ਜਾਂ ਕੋਕਾ ਨੱਕ ਤੋਂ ਧਿਆਨ ਹਟਾਉਣ ਅਤੇ ਚਿਹਰੇ ਦਾ ਪ੍ਰਭਾਵ ਵਧਾਉਣ ਲਈ ਵਰਤਦੀਆਂ ਹਨ। ਇੱਕ ਲੜਕੀ ਨੇ ਵਿਆਹ ਲਈ ਵੇਖਣ ਆਏ ਲੜਕੇ ਨੂੰ ਇਸ ਕਰਕੇ ਰੱਦ ਕਰ ਦਿੱਤਾ ਕਿਉਂਕਿ ਉਹ ਸਾਰਾ ਸਮਾਂ ਆਪਣਾ ਨੱਕ ਮਰੋੜਦਾ ਰਿਹਾ ਸੀ। ਜਿਹੜੇ ਨੱਕ ਰਾਹੀਂ ਸਾਹ ਨਹੀਂ ਲੈਂਦੇ ਉਹ ਘੁਰਾੜੇ ਮਾਰਦੇ ਹਨ। ਸੌਂਦੇ ਕੇਵਲ ਘੁਰਾੜੇ ਮਾਰਨ ਵਾਲੇ ਹੀ ਹਨ, ਬਾਕੀ ਸਾਰਿਆਂ ਨੂੰ ਜਾਗਣਾ ਪੈਂਦਾ ਹੈ। ਘੁਰਾੜੇ ਮਾਰਨ ਵਾਲੇ ਨੂੰ ਕੋਈ ਪਸੰਦ ਨਹੀਂ ਕਰਦਾ, ਭਾਵੇਂ ਉਹ ਪਤੀ ਹੀ ਹੋਵੇ। ਨੱਕ ਨਾਲ ਸੰਬੰਧਿਤ ਹਰੇਕ ਭਾਸ਼ਾ ਵਿੱਚ ਅਨੇਕਾਂ ਅਖਾਣ ਮੁਹਾਵਰੇ ਹਨ। ਨੱਕ ਨਾਲ ਚਣੇ ਚਬਾਉਣੇ ਅਤੇ ਕਿਸੇ ਦੇ ਨਕੇਲ ਪਾਉਣੀ ਆਮ ਗੱਲ ਹੈ। ਕਈ ਵੱਡੇ ਅਤੇ ਸਫਲ ਲੇਖਕ, ਕਲਾਕਾਰ, ਚਿੱਤਰਕਾਰ ਆਦਿ ਆਪਣਾ ਰਚਨਾਤਮਕ ਕਾਰਜ ਕਰਨ ਲਈ ਅਤੇ ਢੁਕਵੀਂ ਮਾਨਸਿਕ ਸਥਿਤੀ ਉਸਾਰਨ ਵਾਸਤੇ ਆਪਣੇ ਕਮਰੇ ਵਿੱਚ ਸੇਬ, ਚੀਕੂ ਜਾਂ ਕੇਲਾ ਆਦਿ ਕੱਟ ਕੇ ਰੱਖਦੇ ਹਨ, ਜਿਸ ਦੀ ਸੁਗੰਧੀ ਉਹਨਾਂ ਨੂੰ ਉਤਸ਼ਾਹ ਦਿੰਦੀ ਹੈ। ਜੇ ਮਹਿਮਾਨ ਦੇ ਆਉਣ ਤੋਂ ਪਹਿਲਾਂ ਘਰ ਨੂੰ ਅਗਰਬੱਤੀ ਨਾਲ ਸੁਗੰਧਿਤ ਕੀਤਾ ਜਾਵੇ ਤਾਂ ਹੋਣ ਵਾਲੀ ਗੱਲਬਾਤ ਦੇ ਸਫਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਕਿਉਂਕਿ ਜੇ ਨੱਕ ਪ੍ਰਸੰਨ ਹੋਵੇਗਾ ਤਾਂ ਮਹਿਮਾਨ ਦੀ ਸੋਚ ਹਾਂ ਪੱਖੀ ਹੋ ਜਾਵੇਗੀ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।